ਜੀ ਨਾਜ਼ਰੀਨ, ਪੰਜਾਬੀ ਪੁਆਇੰਟ ਦੇ ਨਾਲ ਤੁਹਾਡਾ ਉਹ ਸਾਬਤ ਸਿਆਲ ਵੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਔਰ ਇਸ ਵੇਲੇ ਅਸੀਂ ਕੈਪਰੀ ਥੀਏਟਰ 'ਚ ਮੌਜੂਦ ਹਾਂ ਔਰ ਲੱਕੀਲੀ ਸਾਡੇ ਨਾਲ ਸਟੇਜ ਦਾ ਇੱਕ ਬਹੁਤ ਵੱਡਾ ਨਾਂ ਸ਼ਾਜ਼ਮ ਮਿਰਜ਼ਾ ਸਾਹਿਬ ਮੌਜੂਦ ਨੇ। ਔਰ ਮੈਂ ਇਹਨਾਂ ਕੋਲ ਵੀ ਪੁੱਛਣਾ ਕਿ ਇਹ ਖਾਂਦੇ ਕੀ ਨੇ, ਕਿਉਂਕਿ ਇਹ ਅੱਜ ਤੋਂ 20 ਸਾਲ ਪਹਿਲਾਂ ਵੀ ਇੰਜੀ ਸਨ, ਮਾਸ਼ਾਅੱਲਾ ਫਰੈਸ਼ ਔਰ ਸਲਿਮ ਸਮਾਰਟ। ਤੇ ਇਹਨਾਂ ਨਾਲ ਗੱਲ ਕਰਨੇ ਆ। ਅਸਲਾਮ ਵਾਲੇਕਮ ਜੀ। ਵਾਲੇਕੁਮ ਅਸਲਾਮ ਸਰ, ਕੀ ਹਾਲ ਹੈ? ਠੀਕ ਹੋ ਤੁਸੀਂ? ਅਲਹਮਦੁਲਿਲਾ। ਮਿਰਜ਼ਾ ਸਾਹਿਬ, ਅਸੀਂ ਥੀਏਟਰ ਦੇ ਬਾਰੇ ਤੇ ਗੱਲ ਬਾਅਦ ਚੋਂ ਕਰਾਂਗੇ। ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਫਿਟਨੈਸ ਦਾ ਕੀ ਰਾਜ਼ ਹੈ, ਫਰੈਸ਼ਨੈਸ ਦਾ ਕੀ ਰਾਜ਼ ਹੈ? ਉਹ ਦੱਸਣ ਤੋਂ ਪਹਿਲੇ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਮਾਸ਼ਾਅੱਲਾ ਸਾਡੇ ਉਸਤਾਦਾਂ 'ਚੋਂ ਔਰ ਅੱਜ ਵੀ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਾ ਰਹੇ ਹੋ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਇਸ ਕਾਬਲ ਸਮਝਿਆ ਕਿ ਸਾਡੇ ਨਾਲ ਬਹਿ ਕੇ ਗੁਫ਼ਤਗੂ ਕਰੋ। ਅਸੀਂ ਬੜਾ ਫਖਰ ਮਹਿਸੂਸ ਕਰ ਰਹੇ ਹਾਂ। ਬਹੁਤ ਸ਼ੁਕਰੀਆ। ਤੇ ਬਾਕੀ ਜੋ ਮਰਜ਼ੀ ਖਾਓ, ਮੈਂ ਹਰ ਦੋਸਤ ਭਾਈ ਨੂੰ ਇਹੀ ਕਹਾਂਗਾ, ਕੋਸ਼ਿਸ਼ ਕਰੋ ਹਲਾਲ ਖਾਓ ਤੇ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਹੀ ਰਹੋਗੇ। ਅੱਛਾ, ਮਿਰਜ਼ਾ ਸਾਹਿਬ, ਤੁਸੀਂ ਹਮੇਸ਼ਾ ਵੱਡੇ ਲੋਕਾਂ ਨਾਲ ਕੰਮ ਕੀਤਾ, ਚੈਨਲਾਂ 'ਤੇ ਕੰਮ ਕੀਤਾ, ਔਰ ਤੁਸੀਂ ਸੰਜੀਦਾ ਔਰ ਫੈਮਿਲੀ ਕੰਮ ਜਿਹੜਾ ਨਾ, ਤੁਹਾਡੀ ਜੁਗਤ ਵੀ ਜਿਹੜੀ ਹੈ ਨਾ, ਉਹ ਵੀ ਹਮੇਸ਼ਾ ਇਸ ਤਰ੍ਹਾਂ ਰਹੀ ਹੈ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਵੀ ਤੇ ਚੱਲਣ ਹੀ ਡੇ ਹੋ, ਤੁਹਾਡੀ ਵੀ ਤੇ ਇੱਕ ਫੈਨ ਫਾਲੋਇੰਗ ਵੀ ਸਾਰਾ ਕੁਝ ਹੈ ਵੇ। ਇਹ ਜਿਹੜੇ ਦੋਸਤ ਫਿਰ ਵਲਗਰ ਕਰਕੇ, ਯਾਨੀ ਇੱਕ ਤੇ ਡਾਂਸ ਉਸ ਤੁਸੀਂ ਛੱਡੋ ਨਾ, ਉਹ ਤੇ ਇੱਕ ਹੋਰ ਇੱਕ ਐਸਪੈਕਟ ਹੋ ਜਾਂਦਾ ਹੈ। ਜਿਹੜੀ ਜੁਗਤ ਵੀ ਵਲਗਰ ਕਰਨਾ ਹੈ, ਇਹ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਇਹਨੂੰ? ਅਸਲ 'ਚ ਸਰ, ਪਹਿਲੇ ਜਦੋਂ ਥੀਏਟਰ ਹੁੰਦਾ ਸੀ ਨਾ ਜੀ, 2000 ਤੋਂ ਤਕਰੀਬਨ ਪਹਿਲੇ, ਉਹ ਤੁਹਾਨੂੰ ਪਤਾ ਕਿ ਇਤਨਾ ਅਰੂਜ ਸੀ ਪੂਰੀ ਦੁਨੀਆ 'ਚ ਪਾਕਿਸਤਾਨੀ ਥੀਏਟਰ ਦਾ ਕਿ ਇਸ ਚੀਜ਼ ਦੇ ਹਜ਼ਾਰਾਂ ਲੋਕ ਗਵਾਹ ਨੇ ਕਿ ਪਾਕਿਸਤਾਨੀ ਡਰਾਮਾ ਜਦੋਂ ਰਿਲੀਜ਼ ਹੋਣਾ ਹੁੰਦਾ ਸੀ, ਇੰਡੀਅਨ ਇੰਡਸਟਰੀ ਵੀ ਅਰੂਜ 'ਤੇ ਸੀ। ਲੇਕਿਨ ਇੰਡੀਅਨ ਪ੍ਰੋਡਿਊਸਰ ਜਿਹੜੇ ਨੇ, ਉਹ ਕੋਸ਼ਿਸ਼ ਕਰਦੇ ਸਨ ਕਿ ਜਿਸ ਦਿਨ ਪਾਕਿਸਤਾਨੀ ਡਰਾਮਾ ਰਿਲੀਜ਼ ਹੋਣਾ, ਅਸੀਂ ਫਿਲਮ ਨਾ ਰਿਲੀਜ਼ ਕਰੀਏ। ਔਰ ਕਈ ਫਿਲਮਾਂ ਉਹਨਾਂ ਦੀਆਂ ਇਸੇ ਵਜ੍ਹਾ ਤੋਂ ਪਿਟ ਗਈਆਂ। ਤੇ ਉਹ ਡਿਫਰੈਂਟ ਡੇਜ਼ ਦੇ ਉੱਤੇ ਕਰਦੇ ਸਨ ਕਿ ਪਾਕਿਸਤਾਨੀ ਡਰਾਮਾ ਇਤਨਾ ਸਟਰੋਂਗ ਹੁੰਦਾ ਸੀ, ਫੈਮਿਲੀ ਡਰਾਮਾ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਮੁਸ਼ਰਫ ਦੌਰ ਆਇਆ ਨਾ ਜੀ, ਤੇ ਥੀਏਟਰ ਬਹੁਤ ਜ਼ਿਆਦਾ ਹੋ ਗਿਆ। ਉਹਦੇ ਵਿੱਚ ਉਸ ਦੌਰ ਦੇ ਵਿੱਚ ਥੀਏਟਰ ਦੇ ਉੱਤੇ ਡਾਂਸ ਨੂੰ ਖੁੱਲ੍ਹੀ ਪਰਮਿਸ਼ਨ ਦੇ ਦਿੱਤੀ ਗਈ। ਉਹ ਫ਼ਰਕ ਇਹ ਪੈ ਗਿਆ ਕਿ ਇੱਕ ਮਾਂ ਦਾ ਰੋਲ ਕਰ ਰਹੀ ਹੈ। ਪਹਿਲੇ ਡਰਾਮਿਆਂ 'ਚ ਮਾਂ ਦਾ ਰੋਲ ਮਾਂ ਲੱਗਦੀ ਸੀ ਆਈ ਹੈ, ਭੈਣ ਦਾ ਰੋਲ ਕਰ ਰਹੀ ਹੈ ਭੈਣ ਲੱਗਦੀ ਸੀ ਆਈ ਹੈ। ਉਹ ਕਰੈਕਟਰ ਇਸ 'ਚ ਰਹਿੰਦੇ ਸਨ, ਗੈਟਅਪਸ ਹੁੰਦੇ ਸਨ। ਜਿਸ ਲਈ ਡਾਂਸ ਆਏ ਨੇ ਨਾ ਜੀ, ਤੇ ਉਹ ਡਾਂਸਾਂ ਦੀ ਮੁਕਾਬਲੇਬਾਜ਼ੀ ਹੋ ਗਈ। ਹੁਣ ਇੱਕ ਭੈਣ ਹੈ, ਉਹ ਕਰੈਕਟਰ ਅੰਦਰ ਆ ਰਿਹਾ ਹੈ ਤੇ ਉਹ ਵੀ ਮਿਊਜ਼ਿਕ 'ਤੇ ਆ ਰਿਹਾ ਹੈ। ਅੱਗੇ ਭਾਈ ਖਲੋਤਾ ਹੈ, ਉਹਨੇ ਆ ਕੇ ਪਹਿਲੇ ਠੁਮਕਾ ਲਾਣਾ ਹੈ, ਫਿਰ ਉਹਨੇ ਗੁਫ਼ਤਗੂ ਸ਼ੁਰੂ ਕਰਨੀ ਹੈ। ਫਿਰ ਅਗਰ ਉਹਨੇ ਡਾਂਸ ਕਰਨਾ ਹੈ ਤੇ ਉਹਨੇ ਭੈਣ ਵਾਲੇ ਕੱਪੜੇ ਨਹੀਂ ਪਾਣੇ, ਉਹਨੇ ਡਾਂਸਰਸ ਵਾਲੇ ਪਾਣੇ ਨੇ। ਠੀਕ ਹੈ। ਉਹ ਮਾਵਾਂ ਦਾ ਕਰੈਕਟਰ, ਭੈਣਾਂ ਦੇ ਕਰੈਕਟਰ ਇਸ ਤਰ੍ਹਾਂ ਦੇ ਉਹ ਬੈਕ 'ਤੇ ਚਲੇ ਗਏ। ਹਰ ਲੜਕੀਆਂ ਦੀ ਦੌੜ ਲੱਗ ਗਈ ਇੱਕ ਦੂਸਰੇ ਤੋਂ ਅੱਗੇ ਨਿਕਲਣ ਲਈ। ਡਾਂਸ ਦੇ ਖਿਲਾਫ ਨਹੀਂ, ਬਿਲਕੁਲ ਮੈਂ ਹੈ, ਡਾਂਸਿਸ ਹੋਣੇ ਚਾਹੀਦੇ ਨੇ, ਲੇਕਿਨ ਐਸੇ ਹੋਣੇ ਚਾਹੀਦੇ ਨੇ ਜਿਹੜਾ ਇੱਕ ਬਾਪ ਬੇਟੀ, ਇੱਕ ਭੈਣ ਭਾਈ, ਇੱਕ ਫੈਮਿਲੀ, ਹਾਂਜੀ, ਬੈਠ ਕੇ ਦੇਖ ਸਕੇ। ਠੀਕ ਹੈ ਨਾ ਜੀ। ਤੇ ਉਹਦੇ ਨਾਲ ਵੀ ਬੜਾ ਕੁਝ ਡਰਾਮੇ ਨੂੰ ਫ਼ਰਕ ਪਿਆ। ਦੂਸਰਾ ਅਲਮਰਾ ਹੁੰਦਾ ਸੀ, ਓਪਨ ਏਅਰ ਹੁੰਦਾ ਸੀ। ਜਦੋਂ ਅਸੀਂ ਆਏ ਸਾਂ, ਉਦੋਂ ਫਨਕਾਰ ਨੂੰ ਐਂਟਰ ਹੋਣ ਵਾਸਤੇ, ਕਿਉਂਕਿ ਪਾਕਿਸਤਾਨ ਵਿੱਚ ਕੋਈ ਅਕੈਡਮੀ ਨਹੀਂ, ਜਿਸ ਤਰ੍ਹਾਂ ਦੂਸਰੇ ਮੁਲਕਾਂ ਵਿੱਚ ਇਹਨੂੰ ਇੱਕ ਇੰਡਸਟਰੀ ਤਸਲੀਮ ਕੀਤਾ ਗਿਆ, ਇਹਦੇ ਵਾਸਤੇ ਕੰਮ ਕੀਤਾ ਗਿਆ। ਪਾਕਿਸਤਾਨ ਦੀ ਬਦਕਿਸਮਤੀ ਇਹ ਵੇ ਕਿ ਅੱਜ ਤੱਕ ਥੀਏਟਰ ਨੂੰ ਜਾਂ ਫਿਲਮ ਨੂੰ ਇੰਡਸਟਰੀ ਤਸਲੀਮ ਕੀਤਾ ਹੀ ਨਹੀਂ ਗਿਆ। ਸਾਡੀ ਗੌਰਮੈਂਟ ਨੇ ਹੀ ਤਸਲੀਮ ਨਹੀਂ ਕੀਤਾ। ਤੇ ਉਹਦੇ ਵਿੱਚ ਬਹੁਤ ਸਾਰੀਆਂ ਫਿਰ ਗੌਰਮੈਂਟ ਧਿਆਨ ਵੀ ਨਹੀਂ ਇੱਧਰ ਕਰਦੀ। ਤੇ ਉਹਦੇ 'ਚ ਜ਼ਿਆਦਾ ਜਿਹੜਾ ਇਹ ਖਰਾਬ ਹੋਣ ਦੇ ਵਿੱਚ ਹੱਥ ਹੈ ਉਹ ਗੌਰਮੈਂਟ ਦਾ ਮੈਂ ਸਮਝਾਂਗਾ ਕਿ ਥੀਏਟਰਸ ਇਤਨੇ ਜ਼ਿਆਦਾ ਹੋ ਗਏ। ਪਹਿਲੇ ਥੀਏਟਰ ਘੱਟ ਸਨ, ਫਨਕਾਰ ਵੀ ਆਉਂਦੇ ਸਨ ਤੇ ਸਿੱਖ ਕੇ ਆਉਂਦੇ ਸਨ। ਹੁਣ ਮੈਂ ਅਲਮਰਾ ਜਿਸ ਵੇਲੇ ਫਸਟ ਡਰਾਮਾ ਕੀਤਾ ਸੀ ਤੇ ਉਹਦੇ ਪਿੱਛੇ 8-10 ਸਾਲ ਦੀ ਇੱਕ ਤਪੱਸਿਆ ਸੀ। ਪਤਾ ਸੀ ਉਸਤਾਦ ਦੀ ਇੱਜ਼ਤ ਕਿਵੇਂ ਕਰਨੀ ਹੈ, ਸੀਨੀਅਰਸ ਦੀ ਇੱਜ਼ਤ ਕਿਵੇਂ ਕਰਨੀ ਹੈ, ਮੂਵਸ ਹੁੰਦੀਆਂ ਸਨ। ਠੀਕ ਹੈ, ਲੈਫਟ ਕੀ ਹੈ, ਰਾਈਟ ਕੀ ਹੈ, ਫਰੰਟ ਕੀ ਹੈ, ਡਾਊਨ ਕੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ। ਜਿਸ ਵੇਲੇ ਥੀਏਟਰ ਜ਼ਿਆਦਾ ਹੋ ਗਿਆ ਤੇ ਆਰਟਿਸਟ ਇੰਨੇ ਹੈ ਨਹੀਂ ਸਨ। ਫਿਰ ਜਿਹੜੇ ਆਰਟਿਸਟ ਬਗੈਰ ਸਿੱਖਣ ਤੋਂ ਆ ਗਏ, ਉਹਨਾਂ ਨੂੰ
ਇਹ ਹੀ ਪਤਾ ਸੀ ਕਿ ਇਹ ਵਲਗੈਰਿਟੀ ਹੀ ਥੀਏਟਰ ਹੈ, ਉਹਨਾਂ ਦਾ ਕਸੂਰ ਨਹੀਂ ਮੈਂ ਸਮਝਦਾ। ਯਾਨੀ ਕਿ ਮੈਂ ਪੰਜਾਬ ਥੀਏਟਰ ਉਹ ਛੋਟਾ ਵਾਲਾ ਉਦੋਂ ਹੁੰਦਾ ਸੀ, ਤੇ ਇੱਕ ਆਰਟਿਸਟ ਨੂੰ ਮੈਂ ਕਿਹਾ ਯਾਰ ਇਹ ਤੂੰ ਕੀ ਕਹਿ ਕੇ ਆਇਆ, ਇਹ ਤੂੰ ਆਪਣੀ ਮਾਂ ਭੈਣ ਸਾਹਮਣੇ ਕਹਿ ਸਕਣਾ। ਉਹਨੂੰ ਮੈਂ ਡਾਂਟਿਆ 1 ਦਿਨ 2 ਦਿਨ, ਤੀਸਰੇ ਦਿਨ ਮੈਨੂੰ ਕਹਿੰਦਾ ਭਾਜੀ ਇਹ ਨਾ ਕਰੀਏ ਤਾਂ ਫਿਰ ਡਰਾਮਾ ਬੰਦ ਕਰ ਲਈਏ, ਹੋਰ ਫਿਰ ਕੀ ਕਹੀਏ, ਇਹੋ ਹੀ ਹੁੰਦਾ ਹੈ। ਉਹਨਾਂ ਦੀ ਪਰਵਰਿਸ਼ ਜਿਵੇਂ ਕਰੀ ਦੀ ਹੈ ਇੱਕ ਆਰਟਿਸਟ ਦੀ, ਉਹਨੂੰ ਸਿਖਾਇਆ ਜਾਂਦਾ ਹੈ, ਤਾਲੀਮ ਹੁੰਦੀ ਹੈ, ਉਹਦੇ ਤੋਂ ਆ ਹੀ ਰਹੇ ਨੇ ਵਿਚਾਰੇ, ਉਹਨਾਂ ਨੂੰ ਅੱਛਾ ਪਤਾ ਸਰ, ਨਹੀਂ। ਦੇਖੋ ਇਹਦੇ ਵਿੱਚ ਨਾ ਤੁਸੀਂ ਟੇਸਟ ਤੁਸੀਂ ਆਪ ਹੀ ਡਿਵੈਲਪ ਕਰਦੇ ਹੋ, ਮਤਲਬ ਤੁਸੀਂ ਜਦੋਂ ਸ਼ੁਰੂ ਹੀ ਇਹ ਕਰਨਾ, ਤੁਸੀਂ ਇਹ ਸ਼ੁਰੂ ਹੀ ਨਾ ਕਰੋ ਐਸੀ ਚੀਜ਼ ਕਿ ਟੇਸਟ ਡਿਵੈਲਪ ਹੋਵੇ, ਇਹਦੇ ਬਾਰੇ ਕੀ ਕਹੋਗੇ? ਸ਼ੁਰੂ ਇਸੇ ਲਈ ਹੋ ਗਿਆ ਨਾ ਜੀ, ਇੱਕ ਡਾਂਸਿਸ ਆ ਗਿਆ, ਦੂਸਰਾ ਥੀਏਟਰ ਜ਼ਿਆਦਾ ਹੋ ਗਿਆ, ਉਹ ਰਾਈਟਰ ਘਟ ਗਿਆ, ਡਾਇਰੈਕਟਰ ਉਹਨੇ ਨਹੀਂ ਸਨ, ਚੈੱਕ ਐਂਡ ਬੈਲੈਂਸ ਹੋ ਨਹੀਂ ਰਿਹਾ। ਫਿਰ ਪਹਿਲੇ ਬੜੇ ਵੱਡੇ ਲਿਖਾਰੀ ਹੁੰਦੇ ਸਨ, ਉਹਨਾਂ ਕੋਲੋਂ ਡਰਾਮੇ ਮਹੱਲੇ 'ਚ ਜਿਹਨੂੰ ਸ਼ੌਕ ਤੇ ਹਰ ਬੰਦੇ ਨੂੰ ਹੈ, ਉਹ ਲਿਖ ਕੇ ਲੈਣ ਦਾ। ਡਾਇਰੈਕਟਰਸ, ਕਈ ਡਾਇਰੈਕਟਰਸ ਐਸੇ ਨੇ ਜਿਨ੍ਹਾਂ ਨੂੰ ਅੱਜ ਤੱਕ ਮੂਵਸ ਦਾ ਨਹੀਂ ਪਤਾ, ਠੀਕ ਹੈ, ਥੀਏਟਰ ਦੀ ਥਿਊਰੀ ਦਾ ਨਹੀਂ ਪਤਾ, ਉਹ ਕੀ ਡਰਾਮਾ ਅੱਛਾ ਬਣਾਏਗਾ ਜਾਂ ਕੀ ਸਿਖਾਏਗਾ। ਤੇ ਉਹ ਬੜੇ ਇਹੀ ਚੀਜ਼ਾਂ ਨੇ ਇਹਦੇ ਵਿੱਚ ਥੀਏਟਰ ਨੂੰ ਖਰਾਬ ਕਰਨਾ ਸੀ। ਲੇਕਿਨ ਮੈਂ ਖੁਸ਼ਕਿਸਮਤੀ ਸਮਝਣਾ ਆਪਣੇ ਗੁਜਰਾਂਵਾਲੇ ਦੀ ਕਿ ਇਸ ਵੇਲੇ ਕੈਪਰੀ ਥੀਏਟਰ ਵਿੱਚ ਬਿਹਤਰੀਨ ਇੱਕ ਫੈਮਿਲੀ ਡਰਾਮਾ ਕੀਤਾ ਜਾ ਰਿਹਾ, ਔਰ ਉਜ਼ਮਾ ਬੁਖਾਰੀ ਸਾਹਿਬ ਨੂੰ ਵੀ ਮੈਂ ਖਰਾਜੇ ਤਹਿਸੀਨ ਪੇਸ਼ ਕਰਨਾ ਕਿ ਮੁਸ਼ਰਫ ਦੌਰ ਤੋਂ ਬਾਅਦ ਇਹ ਵਾਹਿਦ ਉਜ਼ਮਾ ਸਾਹਿਬਾ ਨੇ ਜਿਨ੍ਹਾਂ ਨੇ ਥੀਏਟਰ ਵੱਲ ਧਿਆਨ ਕੀਤਾ, ਔਰ ਉਹਨਾਂ ਦੇ ਥੋੜ੍ਹਾ ਜਿਹਾ ਧਿਆਨ ਕਰਨ ਨਾਲ 50% ਤੋਂ ਜ਼ਿਆਦਾ ਥੀਏਟਰ ਠੀਕ ਹੋ ਗਿਆ। ਤੇ ਉਹਨਾਂ ਥੀਏਟਰਾਂ ਨੂੰ ਫਰਕ ਨਹੀਂ ਪਏਗਾ ਜਿਹੜੇ ਪਹਿਲੇ ਹੀ ਸਾਫ ਸੁਥਰਾ, ਕਿਉਂਕਿ ਸਾਡੇ ਜਿਹੜੇ ਅੱਛਾ ਇਹਦੇ 'ਚ ਪ੍ਰੋਡਿਊਸਰ ਦਾ ਵੀ ਬੜਾ ਹੱਥ ਹੈ। ਅਗਰ ਪ੍ਰੋਡਿਊਸਰ ਸਮਝਦਾਰ ਹੋਏਗਾ, ਥੀਏਟਰ ਨੂੰ ਸਮਝਦਾ ਹੋਏਗਾ, ਅੱਛੇ ਬੁਰੇ ਨੂੰ ਸਮਝਦਾ ਹੋਏਗਾ, ਉਹ ਅੱਛਾ ਡਰਾਮਾ ਕਰੇਗਾ। ਜਿਸ ਤਰ੍ਹਾਂ ਕੈਪਰੀ ਥੀਏਟਰ ਦੇ ਮਾਲਿਕ ਵੀ ਨੇ, ਪ੍ਰੋਡਿਊਸਰ ਵੀ ਨੇ, ਉਹਨਾਂ ਨੇ, ਮੈਂ ਤੇ ਹੁਣ ਆਇਆ ਕਾਫੀ ਸਾਲ ਤੋਂ ਬਾਅਦ, ਲੇਕਿਨ ਉਹਨਾਂ ਨੇ ਪੂਰੀ ਟੀਮ ਨੂੰ ਬੁਲਾ ਕੇ ਉਹਨਾਂ ਕਿਹਾ ਭਾਈ ਸਾਨੂੰ ਲਾਫਟਰ ਨਹੀਂ ਚਾਹੀਦਾ, ਗੰਦੀ ਗੱਲ ਨਹੀਂ ਹੋਏਗੀ, ਅਸੀਂ ਪੈਸੇ ਤੁਹਾਨੂੰ ਦੇਵਾਂਗੇ, ਤੁਸੀਂ ਲਾਫਟਰ ਲਵੋ ਜਾਂ ਨਾ ਲਵੋ, ਅਸੀਂ ਪੂਰੇ ਪੈਸੇ ਦੇਵਾਂਗੇ। ਲੇਕਿਨ ਸਾਡੇ ਨੂੰ ਕੋਈ ਗੰਦੀ ਗੱਲ ਕਰਨ ਦੀ ਜਾਂ ਡਾਂਸਰਸ ਨੂੰ ਕੋਈ ਗੰਦਾ ਜੈਸਚਰ ਦੇਣ ਦੀ, ਗੰਦਾ ਕੱਪੜਾ ਪਾਉਣ ਦੀ ਕੋਈ ਫਰਮਾਇਸ਼ ਨਹੀਂ ਹੈ। ਦੇਖੋ ਨਾ, ਜਿਸ ਵੇਲੇ ਮਾਲਕ ਥੀਏਟਰ ਖੁਦ ਇਹ ਕਹਿ ਰਿਹਾ ਹੋਏਗਾ, ਪ੍ਰੋਡਿਊਸਰ ਕਹਿ ਰਿਹਾ ਹੋਏਗਾ, ਉਹਦੇ 'ਚ ਫਿਰ ਆਰਟਿਸਟ ਵੀ ਅੰਡਰ ਆ ਜਾਏਗਾ। ਅੱਛਾ ਵੇਖੋ, ਦੇਰ ਆਏ ਦਰੁਸਤ ਆਏ, ਜਿਹੜਾ ਨਾ ਅਜ਼ਮਾ ਬੁਖਾਰੀ ਨੇ ਜਿਹੜਾ ਇਹ ਸ਼ੁਰੂ ਕੀਤਾ ਹੈ ਮਾਮਲਾ, ਇਹਦੇ ਪਾਜ਼ਿਟਿਵ ਅਸਰਾਤ ਆਉਣ ਲੱਗ ਪਏ ਨੇ। ਮੈਨੂੰ ਤੁਸੀਂ ਇਹ ਦੱਸੋ ਕਿ ਕਿੰਨਾ ਤੁਸੀਂ ਜ਼ਰੂਰੀ ਸਮਝਦੇ ਹੋ ਕਿ ਮੁਸਲਸਲ ਜਿਹੜੀਆਂ ਵਿਜੀਲੈਂਸ ਕਮੇਟੀਆਂ ਜਿਹੜੀਆਂ ਨੇ, ਉਹਨਾਂ ਦੇ ਉਹ ਵੀ ਤਾਂ ਵਹਿੰਦੇ ਹੀ ਨੇ ਸਾਰਾ ਕੁਝ, ਉਹਨਾਂ ਦਾ ਜਿਹੜਾ ਕਿਰਦਾਰ ਮੈਂ ਸਮਝਦਾ ਕੁਝ ਘੱਟ ਨਹੀਂ ਗਿਆ, ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਜਿਨ੍ਹਾਂ ਨੇ ਚੈੱਕ ਕਰਨਾ ਉਹ ਸੁੱਤੇ ਨੇ। ਵੇਖੋ ਅਗਰ ਆਪਣਾ ਆਰਟ ਕੌਂਸਲ ਦੇ ਜਿਹੜੇ ਨੇ ਜਾਂ ਇੰਤਜ਼ਾਮੀਆ ਜਿਹੜੇ ਲੋਕ ਹੁੰਦੇ ਨੇ, ਉਹ ਆਪਣਾ ਸਹੀ ਤਰ੍ਹਾਂ ਵੇਖਣ ਤੇ ਫਿਰ ਇੱਥੋਂ ਤੱਕ ਤੇ ਚੀਜ਼ ਸ਼ਾਇਦ ਨਾ ਹੀ ਜਾਂਦੀ। ਬਿਲਕੁਲ 100% ਕਿਹਾ, ਅਗਰ ਉਹ ਆਪਣਾ ਕਿਰਦਾਰ ਠੀਕ ਨਿਭਾ ਰਹਾ ਹੁੰਦੇ ਤੇ ਉਜ਼ਮਾ ਸਾਹਿਬਾਂ ਨੂੰ ਇੰਨਾ ਦੁਸ਼ਮਣਦਾਰੀਆਂ ਹੀ ਹੋ ਗਈਆਂ ਕਿ ਇੰਨਾ ਮੁਖਾਲਫਤ ਲੈਣ ਦੀ ਕੀ ਲੋੜ ਪੈਂਦੀ, ਉਹਨਾਂ ਨੂੰ ਇਹ ਕਰਨਾ ਕੁਝ ਕਰਨਾ ਹੀ ਨਾ ਪੈਂਦਾ। ਉਹ ਖੁਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਥੱਲੇ ਅਮਲਾ ਹੀ ਕੁਝ ਨਹੀਂ। ਜੀ ਬਿਲਕੁਲ, ਹਾਂ, ਉਹ ਖੁਦ ਆਪਣੇ ਹਰ ਇੰਟਰਵਿਊਜ਼ 'ਚ ਕਹਿ ਰਹੀਆਂ ਨੇ। ਉਹ ਜਿਹੜਾ ਉਹ ਬਹਿ ਗਏ, ਉਹ ਬਗਿਆੜ ਹੀ ਖੇਤ ਦੀ ਰਾਖੀ ਬਹਿ ਗਏ ਤੇ ਇਹ ਮਾਮਲਾ ਹੋ ਗਿਆ ਬਸ ਇਹ। ਅੱਛਾ ਸਾਧੂ ਸਾਹਿਬ, ਗੁਫ਼ਤਗੂ ਤਾਂ ਤੁਹਾਡਾ ਜਿੱਡੀ ਮਰਜ਼ੀ ਲੰਬੀ ਕਰੀ, ਮਾਸ਼ਾਅੱਲਾ ਤੁਹਾਡਾ ਥੀਏਟਰ ਬਾਰੇ ਨਾਲੇਜ, ਤੁਹਾਡੀ ਪਰਸਨੈਲਿਟੀ। ਅੱਛਾ, ਗੁਜ਼ਾਰਿਸ਼ ਇਹ ਕਰਨੀ, ਅੱਜ ਦਾ ਜਿਹੜਾ ਤੁਸੀਂ ਜਿਹੜਾ ਡਰਾਮਾ ਕਰ ਰਹੇ ਹੋ, ਇਹਦੇ ਤੁਹਾਡਾ ਕੈਰੈਕਟਰ ਕੀ ਹੈ ਔਰ ਕੈਸਾ ਚੱਲ ਰਿਹਾ ਡਰਾਮਾ ਤੁਹਾਡਾ? ਇਸ ਡਰਾਮੇ ਦਾ ਨਾਂ ਹੈ ਜੀ ਤੇਰੇ ਪਿਆਰ ਮੇਂ, ਔਰ ਬੜਾ ਅੱਛਾ ਡਰਾਮਾ ਹੈ। ਇਹਦੇ 'ਚ ਮੁਲਕੀ ਮਾਇਸ਼ਤ ਨੂੰ ਡਿਸਕਸ ਕੀਤਾ ਗਿਆ ਹੈ ਕਿ ਉਹ ਕਿੰਨੀ ਥੱਲੇ ਚਲੀ ਗਈ ਹੈ, ਔਰ ਜਿਹੜੀ ਅਸੀਂ ਲੁਕਾ ਕੇ ਬਲੈਕ ਮਨੀ ਰੱਖੀ ਹੈ, ਫਿਰ ਉਹਨੂੰ ਵਾਈਟ ਕਰਨ ਵਾਸਤੇ ਕੀ ਹਰਬੇ ਇਸਤੇਮਾਲ ਕਰਨੇ ਆ, ਉਹਨਾਂ ਨੂੰ ਉਜਾਗਰ ਕੀਤਾ ਗਿਆ। ਫਿਰ ਵਾਈਂਡ ਅਪ 'ਤੇ ਇਹ ਮੈਸੇਜ ਦਿੱਤਾ ਗਿਆ ਕਿ ਅਸੀਂ ਅਗਰ ਗੌਰਮੈਂਟ ਨਾਲ ਨਹੀਂ ਕਰਨਾ, ਤੁਸੀਂ ਆਪਣੇ ਅੱਲਾ ਔਰ ਆਪਣੇ ਆਪ ਨਾਲ ਕਰਨਾ ਹੈ ਕਿ ਹਲਾਲ ਪੈਸਾ ਕਮਾਣਾ ਕੋਈ ਗੁਨਾਹ ਨਹੀਂ, ਜ਼ਿਆਦਾ ਤੋਂ ਜ਼ਿਆਦਾ ਕਮਾਓ, ਹਰ ਬੰਦੇ ਦਾ ਹੱਕ ਹੈ। ਲੇਕਿਨ ਅੱਛੇ ਬਿਜ਼ਨਸ ਨਾਲ ਉਹਦੇ ਨਾਲ ਸਾਨੂੰ ਆਪਣੇ ਟੈਕਸਿਸ ਦੇਣੇ ਚਾਹੀਦੇ ਨੇ ਗੌਰਮੈਂਟ ਨੂੰ, ਕਿਉਂਕਿ ਗੌਰਮੈਂਟ ਚੱਲਣੀ ਤਦੇ ਅਸੀਂ ਟੈਕਸ ਦੇਣਾ ਤੇ ਗੌਰਮੈਂਟ ਨੇ ਚੱਲਣੀ ਹੈ ਨਾ। ਅਸੀਂ ਟੈਕਸ ਦਿੰਦੇ ਨਹੀਂ ਤੇ ਗੌਰਮੈਂਟ ਕੋਲੋਂ ਹਰ ਚੀਜ਼ ਲੈਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਬਾਹਰ ਦੇ ਮੁਲਕਾਂ ਦੀਆਂ ਮਿਸਾਲਾਂ ਜੀ, ਉੱਥੋਂ ਦੀ ਗੌਰਮੈਂਟ ਬੰਦਾ ਬਿਮਾਰ ਹੋਵੇ, ਲੱਤ ਟੁੱਟ ਜਾ ਤੇ ਇੰਨੇ ਮਹੀਨੇ ਬਿਠਾ ਕੇ ਉਹਨੇ ਇੰਨੇ ਪੈਸੇ ਦਿੱਤੇ ਨੇ, ਭਾਈ ਉਹ ਆਪਣੀ ਤਨਖਾਹ 'ਚੋਂ ਪਹਿਲੇ 25 ਸਾਲ ਟੈਕਸ ਦੇ ਰਿਹਾ, ਉਹ ਆਪਣੇ ਪੈਸਿਆਂ 'ਚੋਂ ਲੈ ਰਿਹਾ। ਤੇ ਅਸੀਂ 26 ਕਰੋੜ, ਅਗਰ 25 ਕਰੋੜ ਆਵਾਮ ਆ ਤੇ 1 ਕਰੋੜ ਟੈਕਸ ਨਹੀਂ ਦੇ ਰਿਹਾ।
ਅਗਰ ਟੈਕਸ ਦੇ ਵੀ ਰਿਹਾ ਹੈ ਸਾਡੇ ਚੋਂ ਤੇ ਉਹ ਨੌਕਰੀ ਪੇਸ਼ਾ ਲੋਕ ਜਿਨ੍ਹਾਂ ਦੀ ਤਨਖਾਹ ਦਾ ਪਤਾ ਹੈ ਕਿ ਐਨੀ ਆ ਰਹੀ ਹੈ। ਬਾਕੀ ਅਗਰ ਜਿਹੜੇ ਵਾਈਟ ਕਾਲਰ ਲੋਕ ਨੇ ਔਰ ਅਰਬਾਂ ਖਰਬਾਂਪਤੀ ਨੇ, ਉਹ ਤੇ ਮੇਰਾ ਖਿਆਲ ਹੈ ਗਰੀਬ ਜਿੰਨਾ ਟੈਕਸ ਵੀ ਨਹੀਂ ਦੇ ਰਿਹਾ ਸਰ। ਅਗਰ ਉਹ ਟੈਕਸ ਦੇਣਾ ਸ਼ੁਰੂ ਹੋ ਜਾਣ ਸਹੀ ਤੇ ਸਾਨੂੰ ਕਰਜ਼ਾ ਲੈਣ ਦੀ ਲੋੜ ਨਾ ਪਵੇ ਸਰ। ਇਹੋ ਹੀ ਮੈਸੇਜ ਦਿੱਤਾ ਗਿਆ ਇਸ ਡਰਾਮੇ 'ਚ। ਅੱਛਾ ਨਾਜ਼ਰੀਨ, ਵੇਖੋ ਕਿੰਨੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਸ਼ਾਜ਼ਬ ਮਿਰਜ਼ਾ ਸਾਹਿਬ ਨੇ ਕੀਤੀਆਂ ਨੇ ਕਿ ਵੇਖੋ ਅਸਲ ਮਾਲੂਮ ਤਾਰੀਖ ਇਹ ਦੱਸ ਦਈਏ ਕਿ ਸਟੇਜ ਦੇ ਜ਼ਰੀਏ ਇਨਕਲਾਬ ਆਏ ਨੇ, ਸਟੇਜ ਦੇ ਜ਼ਰੀਏ ਸੋਸ਼ਲ ਜਿਹੜੀਆਂ ਨੇ ਤਬਦੀਲੀਆਂ ਵੱਡੀਆਂ ਆਈਆਂ ਨੇ। ਔਰ ਅਗਰ ਵੇਖੋ ਹੁਣ ਇਸ ਵੇਲੇ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਅਸੀਂ ਲੋਕਾਂ ਨੂੰ ਐਜੂਕੇਟ ਕਰੀਏ ਕਿ ਯਾਰ ਜਿੰਨੀ ਦੇਰ ਤੱਕ ਅਸੀਂ ਟੈਕਸ ਨਹੀਂ ਦਿਆਂਗੇ ਤੇ ਗਵਰਨਮੈਂਟ ਨਹੀਂ ਚੱਲ ਸਕੇਗੀ। ਅਸੀਂ ਗਵਰਨਮੈਂਟ ਨੂੰ ਇਹ ਤੇ ਕਹਿੰਦੇ ਆ ਕਿ ਉਹ ਸਾਡੇ ਤੇ ਲਾਉਂਦੀ ਕੁਛ ਨਹੀਂ, ਗਵਰਨਮੈਂਟ ਕੋਲ ਅਸੀਂ ਕੁਝ ਪੇ ਕਰਾਂਗੇ ਤਾਂ ਸਾਡੇ ਤੇ ਲਾਏਗੀ ਨਾ। ਬੜਾ ਅੱਛਾ ਵੇਖੋ ਐਡੀ ਇਹਨਾਂ ਦੀ ਸੋਚ ਹੈ। ਇਹ ਵੱਡੇ ਫਰਕਾਰਾਂ ਦੀ ਗੱਲ ਹੁੰਦੀ ਹੈ ਕਿ ਮੈਂ ਆਈ ਕਾਂਟ ਐਕਸਪੈਕਟ ਕਿ ਕੈਪਰੀ ਦੇ ਇਹੋ ਜਿਹਾ ਇਹ ਥੀਮ ਲੈ ਕੇ ਡਰਾਮਾ ਹੋ ਰਿਹਾ ਹੋਏਗਾ। ਮੈਨੂੰ ਬੜੀ ਖੁਸ਼ੀ ਹੋਈ ਹੈ ਜੀ। ਅੱਲਾਹ ਤਾਲਾ ਤੁਹਾਡੇ ਇਸ ਕੰਮ 'ਚ ਬਰਕਤ ਪਾਏ, ਲੋਕਾਂ ਨੂੰ ਤੁਸੀਂ ਐਜੂਕੇਟ ਪੇ ਕਰਦੇ ਹੋ। ਤੇ ਡਰਾਮੇ ਦੇ ਹਵਾਲੇ ਨਾਲ ਆਡੀਅנס ਗੁਜਰਾਂ ਦੀ ਆਡੀਅנס ਨੂੰ ਕੀ ਪੈਗਾਮ ਦੇਣਾ ਚਾਹੋਗੇ? ਗੁਜਰਾਂਵਾਲਾ ਦੀ ਆਡੀਅנס ਵੈਸੇ ਹੀ ਬੜੀ ਪਿਆਰੀ ਹੈ ਜੀ। ਆਉਂਦੇ ਨੇ, ਡਰਾਮਾ ਦੇਖਦੇ ਨੇ। ਜਿਹੜਾ ਅੱਛਾ ਗੁਜਰਾਂਵਾਲੇ ਦੇ ਵਿੱਚ ਇਹ ਵੇ ਕਿ ਜਿੰਨਾ ਅੱਛਾ ਤੁਸੀਂ ਡਰਾਮਾ ਕਰੋ ਓਨਾ ਜ਼ਿਆਦਾ ਬਲਾਈਚ ਕਰਦੇ ਨੇ। ਇਸ ਵੇਲੇ ਪੂਰੇ ਪੰਜਾਬ ਵਿੱਚ ਰੌਲੇ ਪਏ ਨੇ ਜੀ, ਇਹ ਹੋ ਗਿਆ, ਘਟ ਗਿਆ, ਇਹ ਹੋ ਗਿਆ, ਉਹ ਹੋ ਗਿਆ। ਲੇਕਿਨ ਮੈਂ ਕੈਪਰੀ ਥੀਏਟਰ ਤੇ ਕਰ ਰਿਹਾ, ਮੈਂ ਬਿਲਕੁਲ ਆਡੀਅנס ਨੂੰ ਨਹੀਂ ਘੱਟ ਦੇਖਿਆ। ਜਿੰਨਾ ਸਾਫ ਸੁਥਰਾ ਪਹਿਲੇ ਅਗਰ ਥੋੜ੍ਹਾ ਬਹੁਤਾ ਹੁੰਦਾ ਵੀ ਸੀ, ਉਹ ਵੀ ਬੜੀ ਸਖਤੀ ਕਰ ਦਿੱਤੀ ਹੈ ਮਾਲਕਾਂ ਨੇ। ਤੇ ਉਹ ਸਾਫ ਸੁਥਰਾ ਡਰਾਮਾ ਹੋ ਰਿਹਾ ਔਰ ਲੋਕ ਬਹੁਤ ਜ਼ਿਆਦਾ ਅਬਲਾਈਜ ਕਰ ਰਹੇ ਨੇ ਇਸ ਚੀਜ਼ ਨੂੰ, ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ। ਅੱਛਾ, ਇੱਕ ਸ਼ਾਜ਼ਬ ਸਾਹਿਬ ਤੁਸੀਂ ਬੜੀ ਵੱਡੀ ਗੱਲ ਕੀਤੀ ਕਿਉਂਕਿ ਇਹ ਵੇਖੋ ਚੌਧਰੀ ਆਰਫ ਸਾਹਿਬ ਇਹ ਫਿਲਮਾਂ ਬਣਾਉਣ ਵਾਲੇ ਇਹਨਾਂ ਨੌਕਰ ਵੋਟੀ ਦਾ ਵੱਡੀਆਂ ਫਿਲਮਾਂ ਜਿਹੜਾ ਨਾ ਸਾਲਾ ਸਾਹਿਬ ਇਸ ਸਾਰੀਆਂ ਨਾ ਫੈਮਿਲੀ ਫਿਲਮਾਂ ਬਣਾਈਆਂ। ਪ੍ਰੋਡਿਊਸਰ ਵਾਕਈ ਬਹੁਤ ਕਾਊਂਟ ਕਰਦਾ ਜਿਹੜਾ ਨਾ ਇਸ ਕੰਮ ਦੇ ਵਿੱਚ, ਬਹੁਤ ਕਾਊਂਟ ਕਰਦਾ ਜੀ। ਦੁਨੀਆ ਦਾ ਕੋਈ ਵੀ ਤੁਸੀਂ ਕੰਮ ਕਰ ਲਓ, ਫੈਕਟਰੀ ਲਾ ਲਵੋ, ਉਹਦਾ ਜਿਹੜਾ ਮਾਲਕ ਹੈ ਉਹਨੂੰ ਜਦੋਂ ਖੁਦ ਇਲਮ ਨਹੀਂ ਹੋਏਗਾ, ਇੱਕ ਗਲਾਸ ਬਣਦਾ ਹੈ ਉਹਨੂੰ ਜਦੋਂ ਪਤਾ ਨਹੀਂ ਹੋਏਗਾ ਕਿ ਇਹਦਾ ਮਟੀਰੀਅਲ ਕਿੱਥੋਂ ਲੈਣਾ ਹੈ, ਕਿਵੇਂ ਸਾਫ਼ ਹੋਣਾ ਹੈ, ਕਿਸ ਤਰ੍ਹਾਂ ਅੱਛਾ ਬਿਹਤਰੀਨ ਗੁਲਾਈਏ 'ਚ ਗਲਾਸ ਬਣਨਾ ਹੈ, ਤੇ ਉਹ ਮਜ਼ਦੂਰ ਜੋ ਮਰਜ਼ੀ ਕਰ ਦਿਆ, ਅਗਰ ਉਹਨੂੰ ਨਹੀਂ ਪਤਾ ਤੇ ਉਹ ਫਿਰ ਸਭ ਕੁਝ ਹੀ ਪਿਆ ਚੱਲੇਗਾ। ਖਾਸ ਕਰ ਜੋ ਥੀਏਟਰ ਹੈ, ਜਿਹੜਾ ਆਰਟ ਦਾ ਕੰਮ ਹੈ, ਜਿਹੜਾ ਬੰਦਾ ਕਰਵਾ ਰਿਹਾ ਉਹਨੂੰ ਖੁਦ ਆਉਣਾ ਚਾਹੀਦਾ। ਅਗਰ ਉਹਨੂੰ ਨਹੀਂ ਆਉਣਾ, ਮੈਂ ਇੱਕ ਤੁਹਾਨੂੰ ਮਜ਼ੇਦਾਰ ਗੱਲ ਦੱਸਣਾ। ਇਰਫਾਨ ਖੋਸੜ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇ, ਤੰਦਰੁਸਤੀ ਦੇ, ਸਾਡੇ ਸੀਨੀਅਰ, ਸਾਡੇ ਉਸਤਾਦਾਂ ਦੇ ਵੀ ਉਸਤਾਦ ਨੇ। ਉਹਨਾਂ ਦਾ ਬੇਟਾ ਬਾਹਰੋਂ ਪੜ੍ਹ ਕੇ ਆਇਆ ਡਾਇਰੈਕਸ਼ਨ, ਸਰਵੰਤ ਸਾਹਿਬ ਤੇ ਸੋਹੇਲ ਅਹਿਮਦ ਸਾਹਿਬ ਮੇਰੇ ਉਸਤਾਦ ਮੁਹਤਰਮ। ਉਹਨਾਂ ਨੇ ਉਹਨਾਂ ਨੂੰ ਪੁੱਛਿਆ, ਉਹ ਕੋਈ ਸੀਰੀਅਲ ਕਰ ਰਿਹਾ ਸਨ ਜਿਹਦਾ ਡਾਇਰੈਕਟਰ ਇਰਫਾਨ ਸਾਹਿਬ ਨੇ ਆਪਣੇ ਬੇਟੇ ਸਰਵੰਤ ਨੂੰ ਲਿਆ ਸੀ। ਤੇ ਉਹਨਾਂ ਕਿਹਾ, ਸੁਣਾਓ ਬੇਟਾ ਕੈਸਾ ਕੰਮ ਕਰ ਰਿਹਾ ਹੈ, ਤੁਸੀਂ ਮੁਤਮਈਨ ਹੋ? ਤੇ ਉਹ ਕੁਝ ਔਲ ਫੋਲ ਬਕਣ ਲੱਗ ਪਿਆ, ਬਹੁਤ ਨਾਰਾਜ਼ ਸਨ ਬੇਟੇ ਨਾਲ। ਕਹਿੰਦੇ ਨੇ, ਦੇਖੋ ਯਾਰ, ਇੱਕ ਟੈਲੀਫੋਨ ਉਹਨੇ ਲਿਖ ਕੇ ਦਿੱਤਾ ਸੀ ਕਿ ਲਾਲ ਰੰਗ ਦਾ ਹੋਣਾ ਚਾਹੀਦਾ, ਉਹ ਲਾਲ ਰੰਗ ਦਾ ਨਹੀਂ ਮਿਲਿਆ, ਮੈਂ ਦੂਸਰਾ ਰੱਖ ਦਿੱਤਾ ਤੇ ਉਹਨੇ ਸ਼ੂਟਿੰਗ ਪੈਕਅਪ ਕਰਾਤੀ। ਉਹਨੇ ਕਿਹਾ ਅੱਜ ਰਿਕਾਰਡਿੰਗ ਨਹੀਂ ਹੋਏਗੀ, ਲਾਲ ਰੰਗ ਦਾ ਟੈਲੀਫੋਨ ਆਏਗਾ ਤੇ ਹੋਏਗੀ। ਦੇਖੋ ਨਾ, ਜਿਹਨੂੰ ਤੇ ਕੰਮ ਆਂਦਾ ਏ ਉਹ ਗਲਤ ਕੰਮ ਹੋਣ ਨਹੀਂ ਦੇਗਾ। ਠੀਕ ਹੈ ਨਾ? ਪਿੱਛੇ ਹੋ ਰਿਹਾ ਕੀ ਥੀਮ ਚੱਲ ਰਿਹਾ, ਕੀ ਥੀਮ ਹੈ ਉਹਦੇ ਜ਼ਿਹਨ 'ਚ, ਉਹਦੇ ਜ਼ਿਹਨ 'ਚ। ਤੇ ਜਿਸ ਲਈ ਕੰਮ ਆਂਦਾ ਹੋਏਗਾ, ਜਿਸ ਤਰ੍ਹਾਂ ਅੱਲਾ ਜਨਤਾ 'ਚ ਘਰ ਕਰੇ ਚੌਧਰੀ ਆਰਫ ਸਾਹਿਬ ਨੂੰ, ਉਹਨਾਂ ਦੀਆਂ ਪਾਕਿਸਤਾਨ ਫਨ ਵਾਸਤੇ ਫਿਲਮਾਂ 'ਚ ਬੜੀ ਬੜੀ ਵੱਡੀ ਫਿਲਮ ਦੇਖੋ, ਨੌਕਰ ਵੋਟੀ ਦਾ ਇੱਕ ਫਿਲਮ ਹੀ ਨਹੀਂ ਮਾਨ, ਪੂਰੀ ਜ਼ਿੰਦਗੀ ਲਈ ਬਸ ਠੀਕ ਹੈ ਯਾਰ ਇੰਨਾ ਵੱਡਾ ਕੰਮ ਕਰ ਲਿਆ, ਉਸ ਤੋਂ ਬਾਅਦ ਘਰ ਬੇਸ਼ੱਕ ਬਹਿ ਜਾਂਦੇ ਕਿ ਨਾ ਆਰਟ ਲਈ ਬਹੁਤ ਵੱਡੇ ਕੰਮ ਕੀਤੇ ਨੇ। ਇਹ ਥੀਏਟਰ ਵੀ ਇੱਕ ਕੈਪਰੀ ਜਿਹੜਾ ਫੈਮਿਲੀ ਥੀਏਟਰ ਬਣਿਆ ਹੈ, ਇਹਦੇ ਪਿੱਛੇ ਜਿੰਨੀ ਵੀ ਮਿਹਨਤ ਹੈ, ਜਿੰਨੀ ਵੀ ਕਾਵਸ਼ ਹੈ, ਉਹ ਸਾਰੀ ਚੌਧਰੀ ਆਰਫ ਸਾਹਿਬ ਦੀ ਹੈ। ਮੈਂ ਇੱਥੇ ਅੱਖੀ ਦੇਖੀਆਂ, ਤੁਹਾਨੂੰ ਦੱਸਣਾ ਇਸ ਦੌਰ ਵਿੱਚ, ਇਹ ਜਿਹੜਾ ਦੌਰ ਪਿੱਛੇ ਗੁਜ਼ਰਿਆ ਕਿਹੋ ਜਿਹਾ ਗੁਜ਼ਰਿਆ ਤੁਸੀਂ ਵੀ ਜਾਣਦੇ ਹੋ, ਆਡੀਅנס ਵੀ ਜਾਣਦੇ ਨੇ। ਇਸ ਦੌਰ ਦੇ ਵਿੱਚ ਵੀ ਉਹ ਹਾਲ 'ਚ ਬਹਿ ਕੇ ਪਹਿਲਾਂ ਸ਼ੋਅ ਦੇਖਦੇ ਸਨ, ਰੈਟਸਲਾਂ ਸਾਰੀਆਂ ਉੱਤੇ ਬਹਿ ਕੇ ਕਰਾਉਂਦੇ ਸਨ। ਫਿਰ ਅਗਰ ਇੱਕ ਬਦਮਾਸ਼ ਦਾ ਕਰੈਕਟਰ ਆਇਆ, ਉਹਨੇ ਜੁੱਤੀ ਪੁਰਾਣੀ ਪਾਈ ਹੈ, ਮੈਂ ਕਸਮ ਖਾ ਕੇ ਤੁਹਾਨੂੰ ਦੱਸਣਾ, ਉਹ ਦਫ਼ਤਰ ਵਿੱਚ ਬੁਲਾ ਕੇ ਇਤਨੀ ਬੇਇੱਜ਼ਤੀ ਕਰਦੇ ਸਨ ਕਿ ਯਾਰ ਤੂੰ ਡਕੈਤੀਆਂ ਕਰਨਾ ਕਰੋੜਾਂ ਦੀਆਂ ਤੇ ਜੁੱਤੀ ਤੂੰ ਲੰਡੇ ਵਾਲੀ ਪਾਈ ਹੈ, ਇਹ ਬੰਦੀ ਹੈ ਕਰੈਕਟਰ। ਉਹ ਆਰਟਿਸਟਾਂ ਨੂੰ ਬੁਲਾ ਕੇ, ਕਿਸੇ ਹੋਰ ਦਾ ਵੀ ਡਰਾਮਾ ਹੁੰਦਾ ਸੀ ਪਾਰਟੀ ਦਾ, ਉਹ ਪੂਰੇ ਗੈਟਅਪਸ ਵੇਂਦੇ ਸਨ, ਮੇਕਅਪ ਦੇਖਦੇ ਸਨ, ਫਿਰ ਉਹਦੇ 'ਚੋਂ ਨੁਕਸ ਕੱਢਦੇ ਸਨ ਤੇ ਆਪਣੇ ਪੱਲਿਓਂ ਪੈਸੇ ਦੇ ਕੇ ਕਹਿੰਦੇ ਸਨ, ਕੱਲ੍ਹ ਸੋਹਣਾ ਮਹਿੰਗਾ ਲਾਚਾ ਕੁੜਤਾ ਬਣਾ ਕੇ ਲਿਆ, ਇਹ ਫਲਾਣੀ ਜੁੱਤੀ ਪਾ।
ਅਗਰ ਇੱਥੇ ਕੈਪਰੀ ਵਿੱਚ ਕੋਈ ਪ੍ਰੋਡਿਊਸਰ ਡਰਾਮਾ ਲਾ ਰਿਹਾ, ਉਹਦੇ ਵਿੱਚ ਉਹਨੇ ਸੈੱਟ ਪ੍ਰੋਪਰ ਨਹੀਂ ਲਾਇਆ ਹਾਂ ਤੇ ਉਹਨਾਂ ਦੀ ਅੱਖ ਹੁੰਦੀ ਸੀ। ਉਹਨਾਂ ਕਿਹਾ ਜਿਹੜਾ ਡਰਾਮੇ ਦੀ ਕਹਾਣੀ ਹੈ ਉਹਨੂੰ ਇਹ ਸੈੱਟ ਸੂਟ ਨਹੀਂ ਕਰ ਰਿਹਾ। ਉਹ ਪ੍ਰੋਡਿਊਸਰ ਅੱਗੋਂ ਕਹਿ ਰਿਹਾ ਜੀ ਉਹ ਭਾਜੀ ਇੰਨੇ ਪੈਸੇ ਮੰਗਦੇ ਹਨ, ਤੇ ਉਹਨਾਂ ਆਪਣੇ ਮੈਨੇਜਰ ਨੂੰ ਬੁਲਾਉਣਾ ਹੈ, ਆਪਣੇ ਕੋਲੋਂ ਪੈਸੇ ਦੇਣੇ ਨੇ ਕਿ ਇਹਨੂੰ ਸੈੱਟ ਨੂੰ ਕੀ ਉਹਨਾਂ ਕਰ ਬਾਤ ਹੈ, ਕੀ ਬਾਤ 50-50 ਹਜ਼ਾਰ ਰੁਪਏ ਸੈੱਟ ਲਵਾਉਣ ਲਈ ਆਪਣੇ ਕੋਲੋਂ ਦੇ ਦਿੱਤਾ ਕਿ ਅੱਛਾ, ਕਹਾਣੀ ਦੇ ਦੇਖੋ, ਮੁਤਾਬਿਕ ਤੁਸੀਂ ਲਵਾਓ। ਜਿਹੜੀ ਗੱਲ ਕੀਤੀ ਪ੍ਰਾਪਸ ਤੇ ਜਿਹੜਾ ਨਾ ਤੁਹਾਡੇ ਇਹ ਜਿਹੜੇ ਨੇ ਸੈੱਟ, ਜੀ ਸਭ ਤੋਂ ਪਹਿਲਾਂ ਤਾਂ ਇਹ ਤਾਂ ਨਜ਼ਰ ਪੈਣੀ ਹੈ ਨਾ, ਇਹ ਕਰੈਕਟਰ ਅੰਦਰ ਦਾਖਲ ਹੁੰਦਾ, ਬਾਦਸ਼ਾਹ ਦਾ ਕਰੈਕਟਰ ਹੈ ਤੇ ਉਹ ਸ਼ਲਵਾਰ ਕਮੀਜ਼ ਪਾ ਕੇ ਤੇ ਅੰਦਰ ਆ ਗਿਆ ਹੈ। ਸਿਪਾ ਸਲਾਰ ਦਾ ਤੇ ਉਹ ਤੇ ਨਾ ਕੋਈ ਤਲਵਾਰ ਨਾ ਜ਼ਰਾ, ਤੇ ਉਹ ਗਲਤ ਨਾ ਫਿਰ ਉਹ ਬਣ ਕੰਪਰੋਮਾਈਜ਼ ਨਹੀਂ ਸਨ ਕਰਦੇ, ਬਿਲਕੁਲ ਨਹੀਂ ਸਨ ਕਰਦੇ। ਔਰ ਮੈਂ ਅੱਖੀਂ ਦੇਖਿਆ ਕਿਸੇ ਆਰਟਿਸਟ ਨੇ ਗੰਦੀ ਜੁਗਤ ਕੀਤੀ ਹੈ ਤੇ ਇਹ ਮੈਂ ਗਵਾਹੀ ਦੇ ਰਿਹਾ ਉਹਨਾਂ ਦੀ। ਬਿਲਕੁਲ ਦਫ਼ਤਰ ਬੈਠਿਆ, ਉਹਨਾਂ ਫੌਰਨ ਡਾਇਰੈਕਟਰ ਨੂੰ ਫੋਨ ਕੀਤਾ ਕਿ ਫਲਾਂ ਆਰਟਿਸਟ ਨੂੰ ਦਫ਼ਤਰ ਭੇਜੋ। ਉੱਥੇ ਆਇਆ, ਉਹਨਾਂ ਸਭ ਤੋਂ ਪਹਿਲੇ ਕਿਹਾ ਇੱਧਰ ਆ, ਕਿੰਨੇ ਪੈਸੇ ਲੈ ਰਹੇ ਆ? ਐਨੇ, ਤੈਨੂੰ ਸਾਰੇ ਪੈਸੇ ਮਿਲ ਗਏ ਨੇ? ਹਾਂ। ਇਹ ਜਿਹੜੀ ਗੱਲ ਤੂੰ ਥੀਏਟਰ ਤੇ ਕੀਤੀ ਹੈ, ਇਹ ਆਪਣੀ ਮਾਂ ਭੈਣ ਦੇ ਸਾਹਮਣੇ ਕਰ ਸਕਣਾ? ਜੇ ਤੇ ਕਰ ਸਕਣਾ ਤੇ ਕੱਲ ਕਰੀ, ਜੇ ਨਹੀਂ ਕਰ ਸਕਦਾ ਤੇ ਕੱਲ ਮੇਰਾ ਆਇੰਦਾ ਮੇਰੇ ਥੀਏਟਰ ਤੇ ਆਇੰਦੀ ਗੱਲ ਨਹੀਂ ਕਰਨੀ। ਕੀ ਬਾਤ ਤੋ ਇਸ ਲਈ ਕੈਪਰੀ ਨੰਬਰ 1 ਥੀਏਟਰ ਪੂਰੇ ਪੰਜਾਬ ਵਿੱਚ। ਮਾਸ਼ਾਅੱਲਾ ਦੇਖੋ ਜੀ ਹੋਇਆ, ਇਹਦੇ ਪਿੱਛੇ ਇੱਕ ਮਿਹਨਤ ਔਰ ਇੱਕ ਸਮਝਦਾਰ ਇਨਸਾਨ ਦਾ ਕਿਰਦਾਰ ਹੈ। ਇਹਨਾਂ ਚੀਜ਼ਾਂ ਸ਼ਾਦਬ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਨਾਜ਼ਰੀਨ ਤੁਸੀਂ ਵੇਖੋ ਕਿ ਇੱਕ ਤਫਰੀਹ ਨੂੰ ਵੀ ਤੁਸੀਂ ਜਿਹੜਾ ਨਾ ਅੱਛਾ ਜਾਂ ਬੁਰਾ ਜਿਹੜਾ ਰੰਗ ਦੇਣਾ ਨਾ, ਉਹਦੇ ਪਿੱਛੇ ਵੀ ਲੋਕ ਹੁੰਦੇ ਨੇ, ਔਰ ਉਹ ਲੋਕ ਅਗਰ ਅੱਛੇ ਹੋਣਗੇ ਤਾਂ ਉਹ ਅੱਛੀ ਚੀਜ਼ ਨੂੰ ਹੀ ਪੋਰਟਰੇ ਕਰਨਗੇ। ਸ਼ਾਦਬ ਸਾਹਿਬ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਸ਼ੁਕਰੀਆ ਤੁਹਾਡਾ। ਸਰ ਮੈਨੂੰ ਬੜਾ ਫਖਰ ਹੈ ਤੁਹਾਡੇ ਨਾਲ ਮਿਲ ਕੇ ਹੋਇਆ। ਤੁਹਾਡਾ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਿਆ ਸਾਡੇ ਲਈ। ਬਹੁਤ ਨਵਾਜ਼ਿਸ਼।